ਵਧਾਂਗੇ ਗੱਲ ਕਰਾਂਗੇ ਗਿਲਜੀਆਂ ਔਰ ਅਧਿਆਨੀ ਕੀ ਥੋੜੀ ਦੇਰ ਦੇ ਵਿੱਚ ਗਿਲਜੀਆਂ ਦੇ ਭਤੀਜੇ ਦਲਜੀਤ ਦੀ ਪੇਸ਼ੀ ਹੋਏਗੀ ਮੋਹਾਲੀ ਕੋਰਟ ਦੇ ਵਿੱਚ। ਦੱਸੀ ਕਿ ਵਿਜੀਲੈਂਸ ਦੇ ਵੱਲੋਂ ਪੇਸ਼ ਕੀਤਾ ਜਾਏਗਾ। ਜੰਗਲਾਤ ਵਿਭਾਗ ਦੇ ਵਿੱਚ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਕੱਲ ਗ੍ਰਿਫਤਾਰੀ ਹੋਈ ਸੀ ਤਾਂ ਅੱਜ ਰਿਮਾਂਡ ਮੰਗਿਆ ਜਾ ਸਕਦਾ ਹੈ ਵੀ ਜਾਣਕਾਰੀ ਸਾਹਮਣੇ ਆਈ ਹੈ। ਸੋ ਦਲਜੀਤ ਦੀ ਪੇਸ਼ੀ ਹੋਏਗੀ। ਦੱਸੀ ਕਿ ਰਿਹਾਇਸ਼ ਤੇ ਉਹਨਾਂ ਦੇ ਜਦੋਂ ਛਾਪੇਮਾਰੀ ਕੀਤੀ ਹੈ ਤਾਂ ਬਰਾਮਦਗੀਆਂ ਹੋਈਆਂ ਨੇ ਔਰ ਉਸ ਤੋਂ ਬਾਅਦ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ। ਤਾਂ ਕਹਿ ਸਕਦੇ ਹਾਂ ਕਿ ਉਹਨਾਂ ਸਬੂਤਾਂ ਦੇ ਆਧਾਰ ਤੇ ਵੀ ਜਿਹੜਾ ਰਿਮਾਂਡ ਮੰਗਿਆ ਜਾ ਸਕਦਾ ਹੈ ਕਿਉਂਕਿ ਅੱਗੇ ਪੁੱਛਗਿੱਛ ਹੋਰ ਕੀਤੀ ਜਾਣੀ ਹੈ। ਅੱਗੇ ਸਵਾਲ ਜਵਾਬ ਜਿਹੜੇ ਨੇ ਕੀਤੇ ਜਾਣਗੇ ਕਿ ਆਖਰਕਾਰ ਇਹ ਸਾਰਾ ਮਾਮਲਾ ਜਿਹੜਾ ਸਾਹਮਣੇ ਆਇਆ ਕਿਉਂਕਿ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਨੇ ਕਿ ਰਿਸ਼ਵਤ ਲਈ ਗਈ ਹੈ। ਇਲਜ਼ਾਮ ਇਹ ਵੀ ਲੱਗ ਰਹੇ ਨੇ ਕਿ ਟ੍ਰਾਂਸਫਰਸ ਨੂੰ ਲੈ ਕੇ ਵੀ ਪੈਸਾ ਜਿਹੜਾ ਉਸ ਦੇ ਵਿੱਚ ਵੀ ਨਾ ਸਾਹਮਣੇ ਆ ਰਿਹਾ ਔਰ ਕੇਸ ਦੇ ਵਿੱਚ ਕੱਲ ਜਿਹੜੀ ਹੈ ਇਹ ਗ੍ਰਿਫਤਾਰੀ ਹੋ ਗਈ ਸੀ ਦਲਜੀਤ ਗਿਲਜੀਆਂ ਔਰਾਂ ਦੀ। ਸੋ ਵਿਜੀਲੈਂਸ ਨੇ ਫਿਲਹਾਲ ਦਲਜੀਤ ਦੇ ਮੋਹਾਲੀ ਵਾਲੇ ਘਰ ਦੀ ਵੀ ਤਲਾਸ਼ੀ ਲਈ ਸੀ। ਲੈਪਟਾਪ ਪੈਨ ਡਰਾਈਵ ਅਤੇ ਹਾਰਡ ਡਿਸਕ ਜਿਹੜੇ ਨੇ ਉਹ ਕਬਜ਼ੇ ਦੇ ਵਿੱਚ ਲਏ ਗਏ ਸਨ। ਤਾਂ ਹੁਣ ਮੋਹਾਲੀ ਕੋਰਟ ਦੇ ਵਿੱਚ ਥੋੜੀ ਦੇਰ ਦੇ ਵਿੱਚ ਪੇਸ਼ੀ ਹੈ। ਇਸ ਵਿਚਕਾਰ ਸਿੱਧਾ ਚੱਲਦੇ ਹਾਂ ਮਨੋਜ ਰਾਠੀ ਨੇ ਸਾਡੇ ਨਾਲ ਜ਼ਿਆਦਾ ਜਾਣਕਾਰੀ ਦੇ ਲਈ। ਮਨੋਜ ਕੀ ਕੁਝ ਜਾਣਕਾਰੀ ਹੈ? 1:30 ਵਜੇ 2 ਵਜੇ ਦੇ ਕਰੀਬ ਦਾ ਸਮਾਂ ਦੱਸਿਆ ਜਾ ਰਿਹਾ ਸੀ ਕਿ ਪੇਸ਼ੀ ਹੋਏਗੀ। ਫਿਲਹਾਲ ਕੀ ਕੁਝ ਜਾਣਕਾਰੀ? ਬਿਲਕੁਲ ਗੁਰਜੋਤ, ਕੁਛ ਹੀ ਪਲਾਂ 'ਚ ਅਸੀਂ ਕਹਿ ਸਕਦੇ ਅਸੀਂ ਬਿਲਕੁਲ ਮੋਹਾਲੀ ਕੋਰਟ ਕੰਪਲੈਕਸ ਦੇ ਬਿਲਕੁਲ ਬਾਹਰ ਖੜੇ ਹਾਂ ਜਿੱਥੇ ਕੁਛ ਹੀ ਪਲਾਂ 'ਚ ਜਿਹੜੇ ਦਲਜੀਤ ਗਿਲਜੀਆਂ ਨੂੰ ਇੱਥੇ ਲੈ ਕੇ ਆਇਆ ਜਾਏਗਾ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵੀ ਪ੍ਰੂਫਸ ਵਿਜੀਲੈਂਸ ਨੂੰ ਮਿਲੇ ਹੈ ਚਾਹੇ ਉਹ ਲੈਪਟਾਪ ਦੀ ਤੁਸੀਂ ਦਾ ਜ਼ਿਕਰ ਕੀਤਾ, ਪੈਨ ਡਰਾਈਵ ਦਾ ਤੇ ਡਾਕੂਮੈਂਟੇਸ਼ਨ ਜਿਹੜੀ ਹੈ ਉਹ ਵਿਜੀਲੈਂਸ ਦੇ ਰਿਕਵਰ ਕੀਤੀ ਹੈ ਤੇ ਉਹਦੇ ਆਧਾਰ ਤੇ ਹੁਣ ਰਿਮਾਂਡ ਜਿਹੜਾ ਉਹ ਮੰਗਿਆ ਜਾਏਗਾ ਕਿਉਂਕਿ ਜਿਹੜੀ ਹੁਣ ਤੱਕ ਸਾਹਮਣੇ ਆ ਰਹੀ ਹੈ ਗੱਲ ਕਿ ਦਲਜੀਤ ਗਿਲਜੀਆ ਦਾ ਕੰਮ ਕੀ ਸੀ। ਇਹ ਮੀਡੀਏਟਰ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰਾਂਸਫਰ ਕਰਾਣੀ ਹੋਵੇ, ਕਮਿਸ਼ਨ ਦੀ ਗੱਲ ਕਰਨੀ ਹੋਵੇ, ਰਿਸ਼ਵਤ ਦੀ ਗੱਲ ਕਰਨੀ ਹੋ, ਇਹ ਸਾਰੇ ਸੰਗਤ ਗਿਲਜੀਆ ਦੇ ਸਾਰੇ ਕੰਮ ਜਿਹੜਾ ਹੈ ਉਹ ਦਲਜੀਤ ਗਿਲਜੀਆ ਦੇਖ ਸਕਦੀ ਸੀ। ਸੈਕਟਰ 37 ਚੰਡੀਗੜ੍ਹ ਕੋਠੀ ਇਹਨਾਂ ਦੀ ਜਿਹੜੀ 343 ਨੰਬਰ, ਉੱਥੇ ਇਹ ਸਾਰੀ ਮੀਟਿੰਗਸ ਹੁੰਦੀ ਸੀ, ਸਾਰੀ ਜਿਹੜੀ ਚੀਜ਼ਾਂ ਹੁੰਦੀ ਜਿਹੜਾ ਇਹਨਾਂ ਦਾ ਆਪਣਾ ਘਰ ਹੈ। ਤੇ ਹੁਣ ਕਈ ਚੀਜ਼ਾਂ ਨਿਕਲ ਕਰ ਸਾਹਮਣੇ ਆ ਰਹੀਆਂ ਕਿ ਜਿਹਦੇ ਵਿੱਚ ਹੁਣ ਦਲਜੀਤ ਗਿਲਜੀਆ ਕਿਤੇ ਨਾ ਕਿਤੇ ਕਾਫੀ ਵਿਵਾਦਾਂ 'ਚ ਹੈ ਤੇ ਕਾਫੀ ਅੱਗੇ ਮੁਸ਼ਕਿਲਾਂ ਜਿਹੜੀਆਂ ਉਹ ਵੱਧ ਸਕਦੀਆਂ ਕਿਉਂਕਿ ਹੁਣ ਜਿਹੜੀ ਵਿਜੀਲੈਂਸ ਨੇ ਜਾਣਕਾਰੀ ਦਿੱਤੀ ਹੈ, ਜਿਹੜੀ ਮੁਹੱਈਆ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਪੁੱਛਗਿੱਛ 'ਚ ਕਿ ਜਿਹੜੇ ਕਮਿਸ਼ਨ ਦੇ ਪੈਸੇ ਹੁੰਦੇ ਸੀਗੇ, ਜਿੱਦਾਂ ਐਗਜ਼ਾਮਪਲ ਜਿਹੜੇ 2800 ਰੁਪਏ ਟਰੀ ਗਾਰਡ ਦੀ ਅਸੀਂ ਗੱਲ ਕਰ ਲਈਏ ਕਿ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਆਈ ਹੈ ਕਿ ਟਰੀ ਗਾਰਡ ਦੇ 2800 ਰੁਪਏ ਜਿਹੜੇ ਆਉਂਦੇ ਸੀ ਉਹਦੇ ਵਿੱਚ 800 ਕਮਿਸ਼ਨ ਜਾਂਦੀ ਸੀ। 800 ਕਮਿਸ਼ਨ ਦੇਣ ਤੋਂ ਬਾਅਦ ਵੀ WhatsApp ਤੇ ਸਕਰੀਨਸ਼ਾਟ ਜਿਹੜਾ ਸਕਰੀਨਸ਼ਾਟ ਤੁਸੀਂ ਲੈ ਕੇ ਅੱਗੇ ਭੇਜੋਗੇ, ਸੈਟੀਸਫੈਕਸ਼ਨ ਹੋਏਗੀ। ਉਸ ਤੋਂ ਬਾਅਦ ਇਹ ਵੀ ਜਿਹੜਾ ਹੈਗਾ ਵਿਜੀਲੈਂਸ ਨੇ ਰਿਕਵਰ ਕੀਤੀ ਹੈ। ਜਿਹੜੀ ਸਕਰੀਨਸ਼ਾਟਸ ਨੇ, ਜਿਹੜੇ WhatsApp ਦੀ ਚੈਟਿੰਗ ਜਿਹੜੀ ਹੋਈ ਹੈ, ਇੱਕ ਬਹੁਤ ਅਹਿਮ ਹੈ। ਹਾਲਾਂਕਿ ਹੁਣ IT ਵਿੰਗ ਨੂੰ ਇਹ ਭੇਜੀ ਜਾ ਰਹੀ ਹੈ ਕਿ ਕਿੰਨੇ ਠੇਕੇਦਾਰਾਂ ਨਾਲ, ਕਿਹੜੇ ਕੰਟਰੈਕਟਰਸ ਨਾਲ ਇਹ ਸਾਰੀ ਚੈਟਿੰਗ ਹੋਈ ਹੈ, ਕਮਿਸ਼ਨ ਹੋਈ ਹੈ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਜਿਹੜੀ ਹੈ ਇਨਵੈਸਟੀਗੇਸ਼ਨ ਹੋਏਗੀ ਕਿਉਂਕਿ ਜਿਹੜੀ ਵਿਜੀਲੈਂਸ ਹੁਣ ਦੱਸ ਰਹੀ ਹੈ ਕਿ ਕਾਫੀ ਵੱਡੇ ਖੁਲਾਸੇ ਇਸ ਪੂਰੇ ਮਾਮਲੇ 'ਚ ਸਾਹਮਣੇ ਆ ਰਹੇ ਕਿਉਂਕਿ ਜੰਗਲਾਤ ਵਿਭਾਗ ਦਾ ਗੁਰਜੋਤ ਜਦ ਇਹ ਪੂਰਾ ਮਾਮਲਾ ਸਾਹਮਣੇ ਆਇਆ ਸੀਗਾ, FIR ਨੰਬਰ 6 ਜਦ ਇਹਦੇ ਵਿੱਚ ਦਰਜ ਹੋਈ ਸੀ, DFO ਜਿਹੜਾ ਗੁਰਮਨ ਹੈਗਾ ਉਹਨੂੰ ਅਰੈਸਟ ਕੀਤਾ ਸੀ। ਉਸ ਤੋਂ ਬਾਅਦ ਜਿਹੜਾ ਠੇਕੇਦਾਰ ਹਾਮੀ ਹੈ ਉਹਨੂੰ ਅਰੈਸਟ ਕੀਤਾ ਸੀ ਤੇ ਬਹੁਤ ਵੱਡੇ ਖੁਲਾਸੇ ਉਹਨਾਂ ਵੱਲੋਂ ਕੀਤੇ ਗਏ ਸੀ ਕਿ ਆਖਿਰ ਕਿਹੜੇ ਕੰਟਰੈਕਟਰ ਨੂੰ ਕਮਿਸ਼ਨ ਜਾਂਦਾ, ਕਿਹੜੇ ਕੰਟਰੈਕਟਰ ਜਿਹੜੇ ਉਹ ਕਮਿਸ਼ਨ ਦਿੰਦੇ ਸੀ 1% ਤੋਂ ਲੈ ਕੇ 2, 3, 4, 5, ਇਹ ਸਾਰੇ ਕਮਿਸ਼ਨ ਦਾ ਜਿਹੜਾ ਖੇਡ ਹੈ ਉਹ ਕਿਸ ਤਰ੍ਹਾਂ ਚੱਲਦਾ ਸੀ। ਇਹ ਬਹੁਤ ਵੱਡੀ ਗੇਮ ਜਿਹੜੀ ਹੈ ਉਹ ਚੱਲ ਰਹੀ ਸੀ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜੇ ਅਫਸਰ ਨੇ ਉਹ ਵੀ ਸਾਰੀ ਜਿਹੜਾ ਹੈ ਕਮਿਸ਼ਨ ਜਿਹੜੀ ਹੈਗੀ ਉਹ ਚੱਲ ਰਹੀ ਸੀ। ਟ੍ਰਾਂਸਫਰਾਂ ਨੂੰ ਲੈ ਕੇ ਵੀ ਇਹਦੇ ਵਿੱਚ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਟ੍ਰਾਂਸਫਰਸ ਦਾ ਖੇਡ ਹੁੰਦਾ ਸੀਗਾ ਕਿਉਂਕਿ ਇਹਦੇ ਵਿੱਚ ਹੁਣ ਇੱਕ ਜਿਹੜੀ ਡਾਕੂਮੈਂਟੇਸ਼ਨ ਰਿਕਵਰ ਹੋਈ ਹੈ ਵਿਜੀਲੈਂਸ ਨੇ ਦੱਸਿਆ ਉਹ ਤੁਹਾਨੂੰ ਅਪਡੇਟ ਦੇ ਦਈਏ ਕਿ ਕੁਝ ਹੀ ਪਲਾਂ 'ਚ ਦਲਜੀਤ ਗਿਲਜੀਆ ਨੂੰ ਇੱਥੋਂ ਲੈ ਕੇ ਆਇਆ ਜਾ ਰਿਹਾ ਹੈ ਤੇ ਕੋਰਟ 'ਚ ਪੇਸ਼ ਕੀਤਾ ਜਾਏਗਾ। 2 ਵਜੇ ਦਾ ਸਮਾਂ ਜਿਹੜਾ ਹੈਗਾ ਉਹ ਦਿੱਤਾ ਗਿਆ, 2 ਵੱਜ ਚੁੱਕੇ ਨੇ। ਕੁਝ ਹੀ ਪਲਾਂ 'ਚ ਇੱਥੇ ਠੀਕ ਹੈ, ਬਿਲਕੁਲ ਵਾਪਸੀ ਉਸੇ ਵੇਲੇ ਫੌਰਨ ਤੌਰ ਤੇ ਕਰਾਂਗੇ ਮਨੋਜ, ਜਿਸ ਵੇਲੇ ਹੀ ਜਿਹੜਾ ਅਪਡੇਟ ਮਿਲੇਗੀ ਔਰ ਪੇਸ਼ੀ ਹੋਏਗੀ। ਸੋ ਤੁਸੀਂ ਜਾਣਕਾਰੀ ਦੇ ਰਹੇ ਹੋ, ਫੌਰਨ ਤੌਰ ਤੇ ਵਾਪਸੀ ਕਰਾਂਗੇ। ਫਿਲਹਾਲ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ, ਧੰਨਵਾਦ ਹੈ। ਸੋ ਸਿੱਧੇ ਤੌਰ ਤੇ ਇਸ ਵੇਲੇ ਮੁਸ਼ਕਿਲਾਂ ਜਿਹੜੀਆਂ ਨੇ ਉਹ ਵੱਧ ਸਕਦੀਆਂ ਨੇ ਔਰ ਮੁਸ਼ਕਿਲਾਂ ਦੇ ਵਿੱਚ ਇਜ਼ਾਫਾ ਹੋ ਸਕਦਾ ਹੈ। ਸੰਗਤ ਸਿੰਘ ਗਿਲਜੀਆਂ ਦਾ ਜ਼ਿਕਰ ਕਰੀਏ ਤਾਂ ਸਾਬਕਾ ਜੰਗਲਾਤ ਮੰਤਰੀ ਨੇ, ਜੰਗਲਾਤ ਵਿਭਾਗ ਦੇ ਵਿੱਚ ਘੁਟਾਲੇ ਦੇ ਇਲਜ਼ਾਮ ਨੇ, ਠੇਕੇਦਾਰਾਂ ਤੋਂ ਕਮਿਸ਼ਨ ਲੈਣ ਦਾ ਇਲਜ਼ਾਮ ਹੈ। ਦਲਜੀਤ ਜੇਕਰ ਗਿਲਜੀਆਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੀ ਵੀ ਮੁਸ਼ਕਿਲਾਂ ਵਧੀਆਂ ਨੇ ਔਰ ਟ੍ਰਾਂਸਫਰ ਦੇ ਲਈ ਅਫਸਰਾਂ ਤੋਂ ਪੈਸੇ ਲਏ ਗਏ ਨੇ, ਇਹ ਵੀ ਇਲਜ਼ਾਮ ਲੱਗਦੇ ਹੋਏ ਨਜ਼ਰ ਆਏ ਨੇ। ਸੋ ਅੱਗੇ ਵਧਦੇ ਹਾਂ ਔਰ ਤੀਜੀ ਖਬਰ ਦੇ ਵੱਲ ਰੁਖ ਕਰਾਂਗੇ। ਤੀਜੀ ਵੱਡੀ ਖਬਰ ਹੈ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਗੈਂਗਵਾਰ ਦੀ ਭੇਟ ਚੜਿਆ। ਸਿੱਧੂ ਮੂਸੇਵਾਲਾ ਲਾਰੈਂਸ ਗਰੁੱਪ ਨੂੰ ਰੜਕਦਾ ਸੀ ਬੰਬੀਹਾ ਗਾਣਾ ਬੋਲੇ ਨਹੀਂ ਬੰਬੀਹਾ ਬੋਲੇ। ਇਹ ਗਾਣਾ ਜਿਹੜਾ ਹੈ ਉਸ ਗੈਂਗ ਨੂੰ ਰੜਕਦਾ ਸੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਕਰਕੇ ਹੀ ਜਾਣਬੁੱਝ ਕੇ ਗੀਤ ਗਾਇਆ ਗਿਆ, ਫਿਲਮਾਇਆ ਗਿਆ। ਲਾਰੈਂਸ ਤੋਂ ਪੁੱਛਗਿੱਛ ਦੇ ਵਿੱਚ ਵੱਡਾ ਖੁਲਾਸਾ ਹੋਇਆ
ਮੂਸੇਵਾਲਾ ਬੰਬੀਹਾ ਗਰੁੱਪ ਨੂੰ ਪ੍ਰਮੋਟ ਕਰਦਾ ਸੀ ਲਾਰੈਂਸ। ਇਹ ਵੀ ਉਹਨਾਂ ਨੂੰ ਲੱਗਦਾ ਹੈ ਇਸ ਤੇ ਉਹਨਾਂ ਨੂੰ ਇਤਰਾਜ਼ ਸੀ ਤਾਂ ਉਹਨਾਂ ਨੂੰ ਰੜਕਦਾ ਵੀ ਸੀ ਇਹ ਗੀਤ, ਔਰ ਗੀਤਾਂ ਦੇ ਰਾਹੀਂ ਸ਼ਰੇਆਮ ਚੁਣੌਤੀ ਦਿੱਤੀ ਜਾਂਦੀ ਸੀ। ਤਾਂ ਇਹ ਵੀ ਲਾਰੈਂਸ ਦਾ ਕਹਿਣਾ ਹੈ। ਇਹ ਵੱਡੇ ਖੁਲਾਸੇ ਜਿਹੜੇ ਨੇ ਸਾਰੇ ਪੁੱਛਗਿੱਛ ਦੇ ਵਿੱਚ ਹੋ ਰਹੇ ਨੇ। ਦੱਸੀ ਕਿ ਇਸ ਵੇਲੇ ਰਿਮਾਂਡ ਤੇ ਹੈ, ਲਗਾਤਾਰ ਰਿਮਾਂਡ ਤੇ ਹੈ ਲਾਰੈਂਸ ਬਿਸ਼ਨੋਈ। ਤਾਂ ਇਸ ਦੇ ਵਿੱਚ ਵੱਡੇ ਖੁਲਾਸੇ ਹੋ ਰਹੇ ਨੇ ਕਿ ਬੰਬੀਹਾ ਗਾਣਾ ਗਾਇਆ ਗਿਆ, ਸੋ ਜਿਸ ਤੋਂ ਬਾਅਦ ਲਗਾਤਾਰ ਚੁਣੌਤੀਆਂ ਜਿਹੜੀਆਂ ਨੇ ਗੀਤਾਂ ਦੇ ਰਾਹੀਂ ਹੀ ਸਿੱਧੂ ਮੂਸੇਵਾਲਾ ਦੇ ਵੱਲੋਂ ਸਾਡੇ ਗੈਂਗ ਨੂੰ ਦਿੱਤੀਆਂ ਗਈਆਂ, ਜਿਸ ਕਰਕੇ ਸਾਨੂੰ ਇਹ ਪੂਰੀ ਰੰਜਿਸ਼ ਸੀ ਔਰ ਇਸ ਕਰਕੇ ਹੀ ਅਸੀਂ ਕਤਲ ਕੀਤਾ। ਯਾਨੀ ਕਿ ਕਿਸੇ ਦੇ ਵੱਲੋਂ ਕਿਸੇ ਨੂੰ ਵੀ ਕੋਈ ਜ਼ਿਆਦਾ ਪੈਸੇ ਜਿਹੜੇ ਨੇ ਉਹ ਨਹੀਂ ਦਿੱਤੇ ਗਏ, ਕਿਸੇ ਨੂੰ ਕੋਈ ਰਕਮ ਨਹੀਂ ਦਿੱਤੀ ਗਈ, ਸਿਰਫ ਤੇ ਸਿਰਫ ਇੱਕ ਮੁੱਛ ਦਾ ਸਵਾਲ ਕਹਿ ਸਕਦੇ ਹਾਂ ਇਸ ਨੂੰ ਦੱਸਿਆ ਗਿਆ। ਸੋ ਟਾਰਗੇਟ ਨਹੀਂ, ਮੁੱਛ ਦਾ ਸਵਾਲ ਸੀ। ਇੱਕ ਵਾਰ ਗ੍ਰਾਫਿਕ ਦੇ ਜ਼ਰੀਏ ਜ਼ਰੂਰ ਵੇਖਦੇ ਹਾਂ ਕਿ ਆਖਰਕਾਰ ਇਹ ਵੱਡਾ ਖੁਲਾਸਾ ਹੋਇਆ ਕੀ ਹੈ। ਇਹ ਸਾਰੇ ਸਵਾਲਾਂ ਦੇ ਜਵਾਬ ਦੇ ਵਿੱਚ ਲਾਰੈਂਸ ਨੇ ਕਿਹਾ ਕੀ ਹੈ। ਗੋਲਡੀ ਬਰਾੜ ਦਾ ਇਹ ਕਬੂਲਨਾਮਾ ਸਾਹਮਣੇ ਆਇਆ। ਲਾਰੈਂਸ ਗਰੁੱਪ ਨੂੰ ਰੜਕਿਆ ਸੀ ਮੂਸੇਵਾਲਾ ਦਾ ਬੰਬੀਹਾ ਗਾਣਾ। ਦਵਿੰਦਰ ਬੰਬੀਹਾ ਤੇ ਲਾਰੈਂਸ ਬਿਸ਼ਨੋਈ ਵਿਚਾਲੇ ਕਈ ਸਾਲਾਂ ਤੋਂ ਦੱਸਦੀ ਕਿ ਦੁਸ਼ਮਣੀ ਸੀ ਔਰ ਦਵਿੰਦਰ ਬੰਬੀਹਾ ਨੂੰ ਪ੍ਰਮੋਟ ਕਰਦਾ ਸੀ ਮੂਸੇਵਾਲਾ। ਗਾਣਿਆਂ ਦੇ ਵਿੱਚ ਮੂਸੇਵਾਲਾ ਹਮਲਾ ਕਰਨ ਦੇ ਲਈ ਵੀ ਚੈਲੰਜ ਕਰਦਾ ਸੀ। ਇਹ ਸਾਰਾ ਖੁਲਾਸਾ ਕੀਤਾ ਗਿਆ, ਇਹ ਉਹਨਾਂ ਨੇ ਕਿਹਾ। ਸੋ ਮੂਸੇਵਾਲਾ ਨੂੰ ਮਾਰਨ ਦੇ ਲਈ ਕਿਸੇ ਨੂੰ ਪੈਸੇ ਨਹੀਂ ਦਿੱਤੇ ਗਏ। ਗਾਣਿਆਂ ਦੀ ਰੜਕ ਕੱਢਣ ਦੇ ਲਈ ਮੂਸੇਵਾਲਾ ਦਾ ਕਤਲ ਕੀਤਾ ਗਿਆ। ਯਾਨੀ ਕਿ ਜੋ ਗੀਤ ਪੂਰੀ ਦੁਨੀਆ ਦੇ ਵਿੱਚ ਪਸੰਦ ਸੀ, ਖਾਸ ਤੌਰ ਤੇ ਜੇਕਰ ਮੂਸੇਵਾਲਾ ਦਾ ਜ਼ਿਕਰ ਕਰਦੇ ਹਾਂ, ਉਹ ਗੀਤ ਇਸ ਗੈਂਗ ਨੂੰ ਰੜਕਦੇ ਸਨ। ਲਾਰੈਂਸ ਬਿਸ਼ਨੋਈ ਗੈਂਗ ਨੂੰ ਇਹ ਗੀਤ ਰੜਕਦੇ ਸਨ। ਬੇਸ਼ੱਕ ਉਹ ਬੰਬੀਹਾ ਗੀਤ ਹੋਵੇ ਜਾਂ ਫਿਰ ਹੋਰ ਗੀਤ ਹੋਣ ਜਿਸ ਦੇ ਵਿੱਚ ਖੁਲਾਸਾ ਕੀਤਾ ਜਾ ਰਿਹਾ ਹੈ ਕਿ ਉਹ ਗੀਤ ਗਾਏ ਗਏ ਤਾਂ ਸਾਨੂੰ ਚਿੜ ਮੱਚਦੀ ਸੀ, ਸਾਨੂੰ ਉਹ ਗੀਤ ਬੁਰੇ ਲੱਗਦੇ ਸਨ, ਸਾਨੂੰ ਉਹਨਾਂ ਤੇ ਇਤਰਾਜ਼ ਸੀ, ਕਿਉਂਕਿ ਸਾਨੂੰ ਲੱਗਦਾ ਸੀ ਕਿ ਆਖਰਕਾਰ ਇਹ ਗੀਤ ਸਾਡੇ ਲਈ ਹੀ ਗਾਏ ਜਾ ਰਹੇ ਨੇ ਜਾਂ ਫਿਰ ਸਾਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਇਹ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ। ਇਹ ਵੱਡੇ ਖੁਲਾਸੇ ਰਿਮਾਂਡ ਦੇ ਦੌਰਾਨ ਪੁੱਛਗਿੱਛ ਦੇ ਵਿੱਚ ਹੋ ਰਹੇ ਨੇ। ਦਵਿੰਦਰ ਬੰਬੀਹਾ ਗਰੁੱਪ ਨੂੰ ਪ੍ਰਮੋਟ ਕਰਨ ਦਾ ਵੀ ਇਲਜ਼ਾਮ ਜਿਹੜਾ ਉਹਨਾਂ ਦੇ ਵੱਲੋਂ ਲਗਾਇਆ ਜਾ ਰਿਹਾ। ਕਹਿ ਲਈਏ ਕਿ ਉਹਨਾਂ ਦੇ ਵੱਲੋਂ ਖੁਲਾਸਾ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਅਜਿਹਾ ਕੀਤਾ ਜਾ ਰਿਹਾ ਇਹਨਾਂ ਗੀਤਾਂ ਦੇ ਜ਼ਰੀਏ। ਯਾਨੀ ਕਿ ਉਹ ਗੀਤ ਜੋ ਸਭ ਨੂੰ ਪਸੰਦ ਸਨ, ਜੋ ਉਹਨਾਂ ਦੇ ਫੈਨਸ ਨੂੰ ਪਸੰਦ ਸਨ, ਜੋ ਅਜੇ ਵੀ ਲੋਕ ਲਗਾਤਾਰ ਬਰਕਰਾਰ ਨੇ ਔਰ ਸੁਣ ਰਹੇ ਨੇ। ਤਾਂ ਫਿਲਹਾਲ ਜੇਕਰ ਇਸ ਖੁਲਾਸੇ ਦੀ ਗੱਲ ਕਰੀਏ ਤਾਂ ਲਾਰੈਂਸ ਗੈਂਗ ਨੂੰ ਗੀਤ ਰੜਕਦੇ ਸਨ। ਜੇਕਰ ਬੰਬੀਹਾ ਗੀਤ ਦੀ ਗੱਲ ਕਰਦੇ ਹਾਂ ਤਾਂ ਉਸ ਨੂੰ ਵੀ ਬੇहद ਪਸੰਦ ਕੀਤਾ ਗਿਆ ਸੀ, ਪਰ ਕਿਤੇ ਨਾ ਕਿਤੇ ਗੈਂਗ ਨੂੰ ਲੱਗਦਾ ਹੈ ਕਿ ਉਹ ਗਲਤ ਸੀ। ਤਾਂ ਅੱਗੇ ਵਧਦੇ ਔਰ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਹੈ। ਦੱਸਦੇ ਕਿ ਸ਼ੂਟਰ ਅੰਕਿਤ ਸਿਰਸਾ ਨੂੰ ਲੈ ਕੇ ਵੱਡੀ ਖਬਰ ਹੈ। ਉਸ ਨੂੰ ਪੰਜਾਬ ਲਿਆਉਣ ਦੀ ਤਿਆਰੀ, ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ। ਦਿੱਲੀ ਕੋਰਟ ਪਹੁੰਚੀ ਹੈ ਪੰਜਾਬ ਪੁਲਿਸ। ਸਚਿਨ ਚੌਧਰੀ ਨੂੰ ਵੀ ਪੰਜਾਬ ਲਿਆਏਗੀ ਪੁਲਿਸ, ਇਸ ਵੇਲੇ ਦੀ ਵੱਡੀ ਖਬਰ ਹੈ। ਲਗਾਤਾਰ ਖੁਲਾਸੇ ਹੋ ਰਹੇ ਨੇ ਔਰ ਟ੍ਰਾਂਜ਼ਿਟ ਰਿਮਾਂਡ ਲੈਣ ਤੋਂ ਬਾਅਦ ਕੋਰਟ 'ਚ ਪੇਸ਼ ਕਰਕੇ ਪੰਜਾਬ ਪੁਲਿਸ ਰਿਮਾਂਡ ਲੈ ਰਹੀ ਹੈ ਨਾ ਸ਼ਾਰਪ ਸ਼ੂਟਰਾਂ ਦਾ, ਔਰ ਹੁਣ ਸਚਿਨ ਚੌਧਰੀ ਨੂੰ ਵੀ ਪੰਜਾਬ ਲਿਆਂਦਾ ਜਾਏਗਾ। ਪੁਲਿਸ ਦੇ ਵੱਲੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ। ਇਹ ਵੱਡੀ ਖਬਰ ਅੰਕਿਤ ਸਿਰਸਾ ਦੇ ਨਾਲ ਜੁੜੀ ਹੋਈ। ਅੰਕਿਤ ਸਿਰਸਾ ਦਾ ਜ਼ਿਕਰ ਕਰਾਂਗੇ। ਅੰਕਿਤ ਸਿਰਸਾ ਸਭ ਤੋਂ ਛੋਟੀ ਉਮਰ ਦਾ ਉਹ ਸ਼ਾਰਪ ਸ਼ੂਟਰ ਹੈ ਜਿਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਔਰ ਸਭ ਤੋਂ ਮੋਹਰੇ ਹੋ ਕੇ ਗੋਲੀਆਂ ਵਰਾਈਆਂ ਗਈਆਂ ਸਨ। ਅੰਕਿਤ ਸਿਰਸਾ ਦੇ ਵੱਲੋਂ ਉਸਨੇ ਦੋਵਾਂ ਹੱਥਾਂ ਦੇ ਨਾਲ ਫਾਇਰਿੰਗ ਕੀਤੀ ਸੀ। ਇਹ ਵੱਡੇ ਖੁਲਾਸੇ ਪੁਲਿਸ ਦੇ ਵੱਲੋਂ ਕੀਤੇ ਗਏ ਨੇ। ਤਾਂ ਹੁਣ ਵੱਡੀ ਖਬਰ ਅੰਕਿਤ ਸਿਰਸਾ ਨੂੰ ਲੈ ਕੇ ਨਜ਼ਰ ਆ ਰਹੀ ਹੈ। ਦੋਵੇਂ ਮੁਲਜ਼ਮਾਂ ਤੋਂ ਮੂਸੇਵਾਲਾ ਕਾਂਡ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਏਗੀ। ਬਲਦੇਵ ਸ਼ਰਮਾ ਫੋਨ ਲਾਈਨ ਤੇ ਨੇ। ਬਲਦੇਵ, ਕੀ ਕੁਝ ਜਾਣਕਾਰੀ ਹੈ? ਜੀ, ਅੱਜ ਦਿੱਲੀ ਦੀ ਕੋਰਟ ਵਿੱਚ ਅੰਕਿਤ ਸਿਰਸਾ ਤੇ ਉਹਦੇ ਸਾਥੀ ਨੂੰ ਪੇਸ਼ ਕੀਤਾ ਗਿਆ, ਜਿੱਥੇ ਮਾਨਸਾ ਪੁਲਿਸ ਅੰਕਿਤ ਸਿਰਸਾ ਨੂੰ ਲੈਣ ਲਈ ਪਹੁੰਚੀ ਹੋਈ ਹੈ। ਜਿਵੇਂ ਹੀ ਅਦਾਲਤ ਦੀ ਕਾਰਵਾਈ ਪੂਰੀ ਹੋਵੇਗੀ ਤਾਂ ਉਹ ਦੋਨਾਂ ਮੁਲਜ਼ਮਾਂ ਨੂੰ ਲੈ ਕੇ ਮਾਨਸਾ ਪੁਲਿਸ ਉਸ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰੇਗੀ, ਜਿੱਥੇ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਅੰਕਿਤ ਸਿਰਸਾ ਸਿੱਧੂ ਕਤਲ ਕੇਸ ਦਾ ਮੁੱਖ ਦੋਸ਼ੀ ਹੈ, ਜਿਹਨੇ ਦੋਵੇਂ ਹੱਥਾਂ ਨਾਲ ਸਿੱਧੂ ਮੂਸੇਵਾਲੇ ਤੇ ਤਾਬੜਤੋੜ ਫਾਇਰਿੰਗ ਕੀਤੀ ਸੀ।